खालसा वाहिगुरू जी की फतेह। 18वीं सदी ਦੇ ਵਿੱਚ ਸਿੰਘਾਂ ਨੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹਕੂਮਤ ਕਮਜ਼ੋਰ ਪੈ ਗਈ, ਮੁਗਲਾਂ ਦੀ, ਅਫਗਾਨਾਂ ਦਾ ਰਾਜ ਹੋ ਗਿਆ। ਅਫਗਾਨ ਵੀ ਪੂਰੀ ਤਰ੍ਹਾਂ ਜਿਹੜਾ ਹੈ ਉਹ ਰਾਜ ਨਹੀਂ ਕਰ ਪਾ ਰਹੇ। ਇੱਕ ਹਾਰੇ ਹੋਏ ਮੁਗਲ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ, ਦੂਸਰਾ ਸਿੱਖ ਪਰੇਸ਼ਾਨ ਕਰਦੇ ਨੇ, ਸਿੱਖ ਦੋਨੀ ਜਗੀ ਦਾ ਲਾਉਂਦੇ ਨੇ। ਫਿਰ ਸਿੱਖਾਂ ਨੇ ਇੱਕ ਬੈਠ ਕੇ ਫੈਸਲਾ ਕੀਤਾ ਕਿ ਆਪਾਂ ਹੁਣ ਇਉਂ ਕਰੀਏ, ਜਿਨ੍ਹਾਂ ਲੋਕਾਂ ਨੇ ਸਾਨੂੰ ਦੁੱਖ ਦਿੱਤੇ ਨੇ, ਸਾਡੇ ਸਿਰਾਂ ਦੇ ਮੁੱਲ ਵੱਟੇ ਨੇ, ਉਹਨਾਂ ਨੂੰ ਜਿਹੜਾ ਹੈ ਹੁਣ ਸੋਧਾ ਲਾਈ, ਤਾਂ ਕਿ ਭਵਿੱਖ ਦੇ ਵਿੱਚ ਕੋਈ ਐਸਾ ਜਿਹੜਾ ਹੈ ਉਹ ਪੈਦਾ ਨਾ ਹੋ ਸਕੇ ਜਿਹੜਾ ਸਾਡੇ ਬੱਚਿਆਂ ਦਾ ਕਤਲ ਤੱਕ ਕਰਵਾਵੇ। ਇਹ ਫੈਸਲਾ ਕਰਕੇ ਇਹਨਾਂ ਨੇ ਫਿਰ ਮਾਰਕਿੰਗ ਕਰ ਲਈ। ਤੇ ਸਭ ਤੋਂ ਪਹਿਲਾਂ ਇਹਨਾਂ ਨੇ ਫਿਰ ਨੂਰਦੀਨ ਦੀ ਸਰਾਂ, ਤਰਨਤਾਰਨ ਦੇ ਕੋਲ ਅਮੀਰੁਦੀਨ ਦੇ ਪਿਤਾ ਨੂਰਦੀਨ ਦਾ ਵਸਾਇਆ ਇੱਕ ਪਿੰਡ ਹੈ। ਇੱਥੇ ਬੜੇ ਵੱਡੇ ਚੌਧਰੀ ਰਹਿੰਦੇ ਸੀ, ਹਾਕਮ ਰਹਿੰਦੇ ਸੀ, ਸਰਮਾਏਦਾਰ ਰਹਿੰਦੇ ਸੀ, ਜਿਹੜੇ ਸਿੰਘਾਂ ਨਾਲ ਈਰਖਾ ਕਰਦੇ ਸੀ, ਔਰ ਕਈ ਵਾਰ ਇਹਨਾਂ ਨੇ ਸਿੰਘਾਂ ਦੇ ਸਿਰਾਂ ਦਾ ਮੁੱਲ ਵੱਟਿਆ ਸੀ। ਸਭ ਤੋਂ ਪਹਿਲਾਂ ਸਿੰਘਾਂ ਨੇ ਨੂਰਦੀਨ ਦੇ ਉੱਤੇ ਹਮਲਾ ਕੀਤਾ, ਮਾਰੀ ਤਬ ਨੂਰਦੀਨ ਸਰਾਏ। ਫਿਰ ਇੱਕ ਨਾਲ ਹੀ ਪਿੰਡ ਸੀ ਤਰਨਤਾਰਨ ਦੇ ਲਾਗੇ ਹੀ, ਜਿਹਦਾ ਨਾਂ ਸੀ ਸੰਗਰਕੋਟ। ਇੱਥੇ ਵੀ ਬਹੁਤ ਵੱਡੇ ਰੰਗੜ ਮੁਸਲਮਾਨ ਜਿਹੜੇ ਵਸਦੇ ਸੀ। ਇਹਨਾਂ ਨੇ ਵੀ ਸਿੱਖਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਸਿੱਖਾਂ ਦੇ ਬੱਚੇ, ਇਸਤਰੀਆਂ ਤੱਕ ਇਹਨਾਂ ਨੇ ਮਰਵਾਈਆਂ ਸੀ, ਇਨਾਮ ਲਏ ਸੀ। ਸੰਗਰਕੋਟ ਤਬ ਲੁੱਟਿਓ ਧਾਏ। ਫਿਰ ਸੰਗਰਕੋਟ ਨੂੰ ਵੀ ਜਾ ਪਾਏ ਸਿੰਘ। ਇੱਥੇ ਵੀ ਜਿਹੜੇ ਦੁਸ਼ਟ ਵਸਦੇ ਸੀ ਉਹਨਾਂ ਨੂੰ ਜਿਹੜਾ ਮਾਰਿਆ। ਕਤਲ ਕੀਓ ਤਬ ਗਾਉਂ ਮਜੀਠਾ। ਮਜੀਠੇ ਦੇ ਵਿੱਚ ਵੀ ਬਹੁਤ ਸਾਰੇ ਐਸੇ ਮੁਸਲਮਾਨ ਰੰਗੜ ਰਹਿੰਦੇ ਸੀ ਜਿਹੜੇ ਸਿੰਘਾਂ ਨੂੰ ਗ੍ਰਿਫਤਾਰ ਕਰਵਾਉਂਦੇ ਸੀ। ਭਾਰੀ ਭਰਕਮ ਜਿਨ੍ਹਾਂ ਨੇ ਇਨਾਮ ਲਏ ਸੀ, ਸਿੰਘਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਸੀ, ਸਿੰਘਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਹਥਿਆਈਆਂ ਸੀ, ਜਾਂ ਮੁਗਲਾਂ ਤੋਂ ਸਿੰਘਾਂ ਦੇ ਸਿਰ ਦੇ ਕੇ ਜ਼ਮੀਨਾਂ ਜਿਹੜੀਆਂ ਲਈਆਂ ਸੀ। ਕਤਲ ਕੀਓ ਤਬ ਗਾਉਂ ਮਜੀਠਾ, ਲੀਨੋ ਬੈਰ ਸੋ ਚੜ੍ਹ ਸਿੰਘ ਡੀਠਾ। ਕਹਿੰਦੇ ਸਰਦਾਰ ਚੜ੍ਹ ਸਿੰਘ ਵਰਗੇ ਯੋਧੇ, ਸੂਰਬੀਰ, ਇਹਨਾਂ ਨੇ ਪੂਰਾ ਜਿਹੜਾ ਬਦਲਾ ਜਿਹੜਾ ਹੈ ਉਹ ਲਿਆ। ਫਿਰ ਚੜ੍ਹ ਸਿੰਘ ਕਹਿ ਮਾਰੀਏ ਛੀਨੇ। ਫਿਰ ਸਰਦਾਰ ਚੜ੍ਹ ਸਿੰਘ ਪਰ ਜਵਾਨ ਸੀ, ਕਹਿਣ ਲੱਗਿਆ ਸੁੱਖਾ ਸਿੰਘ ਨਾਲ ਮਿਲ ਕੇ, ਕਹਿੰਦਾ ਸੁੱਖਾ ਸਿਆ ਹੁਣ ਆਪਾਂ ਦਲ ਪੰਥ ਨੂੰ ਕਹੀਏ ਕਿ ਹਮਲਾ ਕਰੀਏ ਕਰਮੇ ਛੀਨੇ ਦੇ ਉੱਤੇ। ਇਹ ਬੜਾ ਲਹੂ ਪੀਤਾ ਇਹਨੇ ਬੜੇ ਸਿੱਖ ਮਰਵਾਏ ਨੇ। ਕਰਮ ਧਰਮ ਸਿੰਘ ਬਹਿਰ ਰਹਿ ਚਾਹ ਲੀਨੇ। ਫਿਰ ਇਹਨਾਂ ਨੇ ਜਾ ਕੇ ਕਰਮਾ ਛੀਨਾ ਜਿਹੜਾ ਸੀ ਉਹ ਮਾਰਿਆ। ਸਿੰਘਨ ਘੇਰਾ ਗ੍ਰਮ ਹੈ ਪਾਇਆ। ਕਰਮੇ ਨੂੰ ਕਿਵੇਂ ਮਾਰਿਆ? ਕਹਿੰਦੇ ਸਿੰਘਾਂ ਨੇ ਇਹਦੇ ਪਿੰਡ ਨੂੰ ਜਿਹੜਾ ਉਹ ਘੇਰਾ ਪਾ ਲਿਆ। ਗ੍ਰਾਮ ਲੜਨ ਤਬ ਬਾਹਰ ਆਇਆ। ਜਿਹੜੇ ਇਹਦੇ ਪਿੰਡ ਦੇ ਵਿੱਚ ਇਹਦੇ ਸਾਥੀ ਸੀ, ਜਿਹੜੇ ਸਾਥ ਦਿੰਦੇ ਸੀ ਇਹਦੀਆਂ ਗੰਦੀਆਂ ਘਿਨਾਉਣੀਆਂ ਕਰਤੂਤਾਂ ਦੇ ਵਿੱਚ, ਕਹਿੰਦੇ ਉਹ ਸਿੰਘਾਂ ਨਾਲ ਲੜਨ ਵਾਸਤੇ ਬਾਹਰ ਆਏ। ਸਿੰਘਨ ਲੀਏ ਸੋ ਬਾਹਰ ਹੈ ਮਾਰ, ਸਾਥ ਬੜੇ ਸਿੰਘ ਤਿਨਕੇ ਨਾਰ। ਸਿੰਘਾਂ ਨੇ ਕਹਿੰਦੇ ਸਾਰੇ ਦੇ ਸਾਰੇ ਜਿਹੜੇ ਸੀ ਝਟਕਾ ਦਿੱਤੇ। ਇਹਦੀ ਇੱਕ ਗੜੀ ਬਣਾਈ ਹੋਈ ਸੀ, ਉਸ ਗੜੀ ਦੇ ਅੰਦਰ ਰਹਿੰਦਾ ਸੀ। ਬੜੀ ਪੱਕੀ ਗੜੀ ਸੀ, ਬੜੀ ਤਕੜੀ ਗੜੀ ਸੀ। ਉਹਦੇ ਵਿੱਚ ਐਸ਼ਪ੍ਰਸਤੀ ਕਰਦਾ ਸੀ। ਤੇ ਬਾਹਰ ਇਹਦਾ ਪੂਰਾ ਭਰਕਮ ਪਿੰਡ ਸੀ, ਪਿੰਡ ਦਾ ਨਾਲ ਸੀ ਸਾਰਾ। ਪਿੰਡ ਦੇ ਕਾਲੇ ਕਾਰਨਾਮਿਆਂ ਦੇ ਵਿੱਚ ਇਹਦਾ ਸਾਥ ਦਿੰਦਾ ਸੀ, ਇਹਦੇ ਭਾਈਚਾਰੇ ਦੇ ਲੋਕ ਸੀ। ਸਿੰਘ ਫਿਰ ਇਹਦੀ ਗੜੀ ਦੇ ਅੰਦਰ ਵੀ ਦਾਖਲ ਹੋ ਗਏ, ਔਰ ਇਹਦੇ ਜਿਹੜੇ ਪਿੰਡ ਦੇ ਜਿਹੜੇ ਬੰਦੇ ਸੀਗੇ, ਜਿਹੜੇ ਇਹਦੇ ਅਕਸਰ ਕਰਤੂਤਾਂ ਸਾਥ ਦਿੰਦੇ ਸੀ, ਸਾਰੇ ਮਾਰ ਦਿੱਤੇ। ਉਹਨਾਂ ਦੇ ਘਰਾਂ ਦੇ ਵਿੱਚ ਵੀ ਸਿੰਘ ਚਲੇ ਗਏ। ਲੂਟ ਕਰੀ ਉਹ ਕੱਟੇ ਬਹੁਤੇਰੇ, ਪਾਈ ਸਿੰਘਨ ਕਰਮੇ ਗੜ ਘੇਰੇ। ਕਹਿੰਦੇ ਸਿੰਘਾਂ ਨੇ ਫਿਰ ਇੱਥੇ ਬਹੁਤ ਵੱਡੀ ਜਿਹੜੀ ਹੈ ਉਹ ਸਮਾਨ ਮਾਲ ਮੱਤਾ ਕਾਬੂ ਕੀਤਾ, ਔਰ ਕਰਮੇ ਦਾ ਜਿਹੜਾ ਉਹ ਗੜ ਸੀ, ਕਿਲਾ ਸੀ, ਗੜੀ ਸੀ ਛੋਟੀ ਜੀ, ਉਹਨੂੰ ਕਹਿੰਦੇ ਆਪਣੇ ਘੇਰਾ ਪਾ ਲਿਆ। ਕੁਝ ਅੰਦਰ ਵੀ ਚਲੇ ਗਏ। ਤਬ ਕਰਮੇ ਨੇ ਜਾਣਿਓ ਸਿੰਘ ਅਬ ਛੱਡਤ ਨਾਹੇ। ਕਹਿੰਦੇ ਕਰਮੇ ਨੇ ਸੋਚਿਆ ਵੀ ਸਿੰਘ ਜਿਹੜੇ ਆ ਹੁਣ ਮੈਨੂੰ ਕਿਸੇ ਕੀਮਤ ਦੇ ਉੱਤੇ ਛੱਡਣਗੇ ਨਹੀਂ। ਰਤਨ ਸਿੰਘ ਭੰਗੂ ਲਿਖਦੇ ਨੇ, ਕਹਿੰਦੇ 13 ਬਹੂ ਤਿਸ ਆਪਣੀ ਆਪੇ ਦਈ ਕਟਾਏ। ਇਹਨੇ 13 ਵਹੁਟੀਆਂ ਆਪਣੀਆਂ ਜਿਹੜੀਆਂ ਸੀ ਆਪਣੇ ਹੱਥੀਂ ਵੱਢ ਦਿੱਤੀਆਂ। ਹੁਣ ਇਸ ਲਈ ਨਹੀਂ ਵੱਢ ਦਿੱਤੀਆਂ ਵੀ ਸਿੰਘ ਅੰਦਰ ਆ ਗਏ ਤੇ ਇਹਨਾਂ ਦੀ ਪੱਤ ਨੂੰ ਹੱਥ ਪਾਉਣਗੇ, ਕਿਉਂਕਿ ਸਿੰਘ ਕਦੇ ਵੀ ਕਿਸੇ ਇਸਤਰੀ ਦੀ ਪੱਤ ਨੂੰ ਹੱਥ ਨਹੀਂ ਸੀ ਪਾਉਂਦੇ। ਇਹ ਗੱਲ ਦੁਸ਼ਮਣ ਵੀ ਆਪਣੀਆਂ ਲਿਖਤਾਂ ਦੇ ਵਿੱਚ ਲਿਖਦੇ ਨੇ। ਹੁਣ ਕਿਉਂ ਇਹਨੇ 13 ਵਹੁਟੀਆਂ ਆਪਣੀਆਂ ਕੱਟੀਆਂ, ਇਹ ਪਤਾ ਨਹੀਂ ਕੀ ਕਾਰਨ ਹੈ, ਪਰ ਇਹ ਕਾਰਨ ਕਦੇ ਨਹੀਂ ਹੋ ਸਕਦਾ ਵੀ ਸਿੰਘ ਇਹਨਾਂ ਨੂੰ ਲੈ ਜਾਣਗੇ ਜਾਂ ਇਹਨਾਂ ਦੀ ਇੱਜ਼ਤ ਨੂੰ ਹੱਥ ਪਾਉਣਗੇ। ਇਹ ਹੋ ਸਕਦਾ ਹੈ ਕਿ ਡਰਦੇ ਨੇ ਕੱਟ ਦਿੱਤੀਆਂ ਹੁਣ ਵੀ ਸਿੰਘ ਇਹਨਾਂ ਨੂੰ ਲੈ ਜਾਣਗੇ, ਇਹਨਾਂ ਦੇ ਘਰੋਂ ਘਰੀ ਪਹੁੰਚਾ ਦੇਣਗੇ ਤੇ ਇਹ ਕਾਲੇ ਕਰਤੂਤਾਂ, ਕਾਲੇ ਕਾਰਨਾਮੇ ਮੇਰਾ ਦੱਸਣਗੀਆਂ ਬਾਹਰ ਜਾ ਕੇ। ਕਈ ਦਿਨ ਮੈਂ ਗੜੀ ਸੁਮਾਰੀ, ਫਿਰ ਆਕੀ ਉਹ ਕਰੀ ਉਟਾਰੀ। ਕਈ ਦਿਨ ਲੱਗੇ ਸਿੰਘਾਂ ਨੂੰ ਇਸ ਗੜੀ ਨੂੰ ਕਾਬੂ ਕਰਦਿਆਂ।
आखिर कहते एक अटारी सी, कहते ये वो अटारी च चला गया। गढ़ी ਸਿੰਘਾਂ ਦੇ कब्जे च आ गई। कहते मुक गयो तह सिक्का और दारू, लग्यो टीम सो ਸਿੰਘਨ मारू। कहते ਇਹਦੇ ਕੋਲੇ ਗੋਲੀ ਸਿੱਕਾ ਮੁਰਕ ਗਿਆ अटारी तो। अटारी तो ਇਹਨੇ ਸਿੰਘਾਂ ਦੇ ਵੱਲ ਡਲੇ ਬੱਟੇ ਜਿਹੜੇ ਸੀ ਉਹ ਭਰਾਉਣੇ ਸ਼ੁਰੂ ਕਰਤੇ। तब सिंह चढ़े अटारी उच्ची, ਢੀਮਣ सो पर कीनी नीची। कहते ਸਿੰਘ अटारी ਦੇ ਉੱਤੇ ਵੀ ਕਾਬਜ ਹੋ ਗਏ। अटारी ਦੇ ਵਿੱਚ ਕਾਬਜ ਹੋ ਕੇ ਸਿੰਘਾਂ ਨੇ अटारी ਢਹਿ ਢੇਰੀ ਕਰ ਦਿੱਤੀ। तब ਸਿੰਘਨ चढ़ मल्ली अटारी, हेठा वड़ियो कर्मा हंकारी। अटारी तो ही एक कोई गुप्त रस्ता सी ਜਿਹੜਾ अंदर गढ़ी के तहखानिਆਂ ਦੇ ਵਿੱਚ ਆਉਂਦਾ ਸੀ। ਇਹ ਕਰਮਾ ਜਿਹੜਾ ਸੀ अंदर तहखानिਆਂ 'ਚ चला गया। फिर ਸਿੰਘਨ वह छत सो ढाई। कहते ਸਿੰਘਾਂ ने फिर छत ढा दी, क्योंकि थले तहखाना सी, तहखाने की उपरली छत जी ढा दी। गोली छतन चीर लंघाई, तो गोलियां जड़ियां सी छत तोड़ के ते उहदे विच दी लंघाउणियां शुरू करतीआं। तब उन जानी बचै सो नाही, अपनों कीनी पाए पछताही। फिर कर्मे ने सोचा भी मैं हुण बचना नहीं है, अपने कर्मां कारण बहुत पछताउण लग्या। जानियो जे अब छड़ते नाही, खोटे कर्म किए थे ताही। कहते इन्हें सोचा भी हुण ਸਿੰਘਾਂ ने छड्डना नहीं, मैं इन्हां नाल बहुत बुरा कीता, मैं इन्हां दीआं इस्त्रियां बच्चे छोटे छोटे मरवाए, आप मारे, लड़कियां तक नहीं इन्हां दीआं मैं छड्डियां, धीआं तक भैणां तक नहीं इन्हां दीआं छड्डियां, हुण ਸਿੰਘ मैनूं छड्डणगे नहीं। इन्हें इत्थे एक कूटनीति वरती। तब ਸਿੰਘਨ सो कही उन बात, हम संग करो अकेलो हाथ। कहते इन्हें दा वरत्या, कहता भी मेरे नाल कल्ला आके लड़ो, कोई तुसीं इन्ने जाने हुण मैनूं पै गए। तब सुखा सिंह हुतो तखान, माड़ी वालो प्रगट जहान माड़ी। कंबियो कोई वाला ये भाई सुखा सिंह जिहड़ा सरदार चढ़त सिंह दा हुण मित्र भी सी। जिन थे कीने कई अखारे, सो आखोंगे फेर सुधारे। उन कहियो करमे आओ मोहे पाही। कहते इन्हें आवाज मारियो, करमिया तू आ मेरे कोल, मेरे पास आ, मेरे को आ। कहते और किसी का तुह भाव नाही, तेनू किसी का डर नहीं है। कहें सो तू, कहें सो लड़ तू हाथन नाल, मुक्कन ढीमण सोटन साल। कहते जे तू चाहना है हत्थां नाल लड़ना, मैं तेरे नाल हत्थां नाल लड़न वास्ते तैयार हाँ। जे तू मिट्टी के डलिया बट्टिया ना पत्थरां नाल लड़ना चाहना, मैं उहदे नाल तेरे वास्ते लड़न लई तैयार है। तीर बंदूक होर भाव नाही, कह आवा मैं कह तू आ। तेनू किसी तीर बंदूक का डर नहीं, मैं आवा हुण तेरे कोल या तू मेरे कोल आएगा। तब करमे ने पकड़ी ढाल, एओ शेर ज्यों करके छाल। कहते करमे ने ढाल ते तलवार लई ते तहखाने चों बाहर आ गया। सुखा सिंह कहियो वार अब तेरा। कहते सुखा सिंह कहन लग्या, चल करमिया वार कर, वार दूसर होगा मेरा, मेरा दूसरा वार होएगा। तब करमे ने बरछी मारी। कहते करमे ने बरछी मारी, सुखा सिंह पर ढाल समारी। सुखा सिंह ने ढाल नाल संभाल लई। फिर सुखा सिंह तलवार चलाई, कर्मा दो थां कीनो साई। कहते कर्मा जिहड़ा सी इहनूं दो जगह के उत्ते, दो स्थानां दे उत्ते जिहड़ा सी ओह कर दिता, भाव टुक दिता। इसनूं इसी भांत सो कर्मा मारा, और सुखा सिंह सुनो अखारा। तब तुरकन पायो थो जोरा, देत न नावन अमृत सर बोरा। कमान फौज तुरकन बोल रहे, मेले करन खालसा चाहे। कहते उस वेले फिर इन्ना ज़्यादा इन्हां ने दुष्टां नूं सौदा लाया कि सरकार ने श्री अमृतसर साहब, हरमंदर साहब इशनान करने के उत्ते रोक ला दी कि कोई भी सिख अमृतसर इशनान नहीं करेगा। बड़ी सख्ती अमृतसर की चौगिरदे जिहड़ी है तुरकां ने कर दी, बड़ी भारी सख्ती कि कोई इशनान नहीं करेगा। क्योंकि जो सिखा ने दुष्ट मार दिते, जिहड़े हुकूमत का साथ दिंदे सी, दुष्टां दे नाल मिल के सिखां दे बच्चे इस्त्रियां पकड़ाउंदे सी, सिरां दा मुੱਲ वड़दे सी। ਸਿੰਘਾਂ ने सारे जिहड़े सी सोध दिते ते हुकूमत ने फिर श्री अमृतसर साहब की घेराबंदी कर ली। की होया सुणांगे। वाहिगुरू जी का खालसा, वाहिगुरू।